ਤੁਸੀਂ ਵੋਟ ਪਾਓਗੇ ਤੇ ਕੈਂਟ ਦਾ ਬਦਲਾਅ ਹੋਏਗਾ। ਜੇ ਤੁਸੀਂ ਨਾਮ ਨੂੰ ਵੋਟ ਪਾਓਗੇ, ਜਾਤ ਪਾਤ ਨੂੰ ਵੋਟ ਪਾਓਗੇ, ਕਦੀ ਵੀ ਕੈਂਟ ਡਿਵੈਲਪ ਨਹੀਂ ਹੋ ਪਾਏਗਾ। ਜਿਹੜੇ ਸ਼ਸ਼ੀ ਕੁਮਾਰ ਜੀ ਹੈਗੇ ਵਾਰਡ ਨੰਬਰ 2 ਦੇ ਜਿਹੜੇ ਮੌਜੂਦਾ ਕੌਂਸਲਰ ਵੀ ਮੈਂਬਰ ਹੈਗੇ ਨੇ ਤੇ ਉਹਨਾਂ ਦਾ ਕਾਫੀ ਜਿਹੜਾ ਵਜੂਦ ਹੈਗਾ ਔਰ ਕਾਫੀ ਦੇਰ ਤੋਂ ਵੋਟਾਂ ਦੇ ਵਿੱਚ ਖੜੇ ਆਏ ਔਰ ਜਿੱਤਦੇ ਵੀ ਆਏ ਆ ਤੇ ਉਹਨਾਂ ਦੇ ਸਾਹਮਣੇ ਤੁਸੀਂ ਆਪਣੇ ਆਪ ਨੂੰ ਕਿੱਥੇ ਪਾਉਂਦੇ ਹੋ? ਮੇਰੀ ਐਜ਼ ਪਰ ਇੱਦਾਂ ਦੀ ਕੋਈ ਸ਼ਸ਼ੀ ਕੁਮਾਰ ਜੀ ਨਾਲ ਕੋਈ ਹੈ ਨਹੀਂ ਕਿ ਮੇਰਾ ਕੋਈ ਉਹਨਾਂ ਨਾਲ ਕੋਈ ਲੜਾਈ ਹੈ, ਕੋਈ ਝਗੜਾ ਹੈ। ਫਿਰ ਤੁਸੀਂ ਕਹਿ ਰਹੇ ਵਾਰਡ ਨੰਬਰ 2, ਦੇਖੋ ਜੀ ਮੈਂ ਤੁਹਾਨੂੰ ਫਿਰ ਵੀ ਕਹਿ ਰਿਹਾ ਮੇਰਾ ਘਰ ਹੈ ਜੀ ਵਾਰਡ ਨੰਬਰ 2 'ਚ। ਪਿਛਲੇ 40 ਸਾਲ ਦਾ ਮੈਂ ਉੱਥੇ ਰਹਿ ਰਿਹਾ ਹੈਗਾ ਤੇ ਮੈਨੂੰ ਲੱਗਦਾ ਕਿ ਜੇ ਮੈਂ ਆਪਣੇ ਘਰ ਦੀਆਂ ਵੋਟਾਂ ਨਹੀਂ ਆਪਣੇ ਨਾਲ ਪਵਾ ਸਕਦਾ ਤੇ ਫਿਰ ਮੈਂ ਦੂਜੇ ਵਾਰਡ 'ਚ ਲੈ ਕੇ ਕੀ ਕਰਾਂਗਾ। ਸ਼ਸ਼ੀ ਕੁਮਾਰ ਜੀ ਤਾਂ ਕੰਮ ਕਰ ਹੀ ਰਹੇ ਸੀਗੇ ਤੇ ਉਹਨਾਂ ਦੇ ਓਪੋਜਿਟ ਖੜੇ ਹੋਣ ਦਾ ਕੀ ਮਤਲਬ ਸੀਗਾ? ਕਿ ਨਵੀਂ ਜਨਰੇਸ਼ਨ, ਨਵਾਂ ਯੂਥ ਅੱਗੇ ਆਉਣਾ ਚਾਹੀਦਾ ਜਿਹਦੇ ਨਾਲ ਮੈਨੂੰ ਲੱਗਦਾ ਮੈਂ ਹਲੇ ਬੜੇ ਕੰਮ ਕਰ ਸਕਦਾ ਕੈਂਟ ਦੇ। ਇਹ ਵੀ ਕਾਂਗਰਸ ਤੋਂ ਬਿਲੋਂਗ ਕਰਦੇ। ਕੁਝ ਹੋਰ ਜਿਹੜੇ ਮੈਂਬਰ ਸਾਹਿਬਾਨ ਜਿਹੜੇ ਮੌਜੂਦਾ ਜਿਹੜੇ ਕੌਂਸਲ ਮੈਂਬਰ ਹੈਗੇ ਨੇ ਸੁਰੇਸ਼ ਕੁਮਾਰ ਸ਼ਸ਼ੀ ਜੀ, ਇਹ ਵੀ ਕਾਂਗਰਸ ਤੋਂ ਬਿਲੋਂਗ ਕਰਦੇ ਤੇ ਫਿਰ ਉਹਦੇ ਵਿੱਚ ਆਪਸ ਦੇ ਵਿੱਚ ਤੁਹਾਡਾ ਕੋਈ ਮਤਭੇਦ ਨਹੀਂ ਹੋਏਗਾ ਕਿ ਬਾਹਰ ਦੇ ਜਿਹੜੇ ਤੁਹਾਨੂੰ MLA ਕੋਈ ਕਿਹਾ ਹੋਵੇ ਕਿਸੇ ਨੇ ਕਿ ਹਾਂ ਵੀ ਬੈਠ ਜਾਓ ਜਾਂ ਕਰ ਲਓ? ਹਾਂ ਬਿਲਕੁਲ ਠੀਕ ਹੈ ਜੀ। ਮੈਨੂੰ ਫੋਨ ਆਏ 2 ਵਾਰੀ ਆਏ ਕਿ ਨਹੀਂ ਆਪਾਂ ਬੈਠ ਕੇ ਆਪਾਂ ਗੱਲ ਕਰ ਸਕਦੇ ਹੈਗੇ ਹਾਂ। ਬਟ ਦੇਖੋ ਇਹ ਲੋਕਲ ਇਲੈਕਸ਼ਨਸ ਹੈਗੇ, ਅਸੀਂ ਪੈਸੇ ਲਾਉਣ ਵਾਲੇ ਬੰਦੇ ਹਾਂ ਜੀ, ਅਸੀਂ ਪੈਸੇ ਖਾਣ ਵਾਲੇ ਬੰਦੇ ਨਹੀਂ ਹੈਗੇ ਜੀ। ਮੈਂ ਇੱਥੇ ਇੱਕ ਅਡੋਪਟ ਕੀਤੇ ਹੋਏ ਬੱਚੇ 20 ਬੱਚੇ 25 ਬੱਚੇ ਅਡੋਪਟ ਕੀਤੇ ਜਿਹਦੀ ਪੂਰੀ ਫੀਸ ਸਾਡੀ ਸੰਸਥਾ ਦਿੰਦੀ ਆ। ਮੈਂ ਨਹੀਂ ਇਕੱਲਾ ਦਿੰਦਾ, ਮੇਰੀ ਸਾਰੀ ਸੰਸਥਾ ਦਿੰਦੀ, ਸ਼ਿਵ ਪਰਿਵਾਰ ਦਿੰਦਾ ਹੈਗਾ। ਜਦੋਂ ਲੋਕ ਡਰਦੇ ਸੀਗੇ, ਲੋਕੀ ਮੂੰਹ ਤੇ ਮਾਸਕ ਲਾਉਂਦੇ ਸੀਗੇ, ਹੱਥ ਲਾਉਣ ਤੋਂ ਵੀ ਡਰਦੇ ਸੀ, ਅਸੀਂ ਵੈਕਸੀਨੇਸ਼ਨ ਕੈਂਪ ਲਾਏ। ਅਸੀਂ ਕਾਹਦੇ ਲਈ ਲਾਏ? ਕੈਂਟ ਦੇ। ਜਿੰਨੇ ਵੀ ਯੂਥ ਹੈ ਸਾਰੇ ਜਿਹੜੇ ਤੁਹਾਡੀ ਸੇਵਾਵਾਂ 'ਚ ਹਾਜ਼ਰ ਆ 24 ਘੰਟੇ ਸੇਵਾਵਾਂ 'ਚ, ਉਹਨਾਂ ਨੂੰ ਮੌਕਾ ਦਿਓ, ਨਵੇਂ ਚਿਹਰੇ ਲੈ ਕੇ ਆਓ ਤਾਂ ਕਿ ਕੈਂਟ ਦਾ ਵਿਕਾਸ ਹੋ ਸਕੇ। ਦੇਖੋ 3 ਸਾਲ ਹੋ ਗਏ, 4 ਸਾਲ ਲੋਕਾਂ ਨੇ ਨਵੇਂ ਜੱਦ ਦੇ ਮੀਟਰਸ ਲਾਏ, ਸਾਰੀਆਂ ਪੁਰਾਣੀਆਂ ਤਾਰਾਂ ਲੱਗੀਆਂ ਹੋਈਆਂ ਜੀ, ਸਾਰੇ ਮਹੱਲਿਆਂ 'ਚ ਲੱਗੀਆਂ। ਇੰਨਾ ਰਿਸਕ ਹੈਗਾ ਜੀ, ਕਿਸੇ ਦੇ ਘਰ ਦੇ ਬਾਹਰ ਲਟਕਦੀ ਪਈ ਹੈ, ਕਿਸੇ ਦੇ ਕੇਬਲ ਦੀ ਬਾਹਰ ਤਾਰ ਲਟਕਦੀ ਪਈ ਹੈ, ਕਿਸੇ ਨੂੰ ਕੋਈ ਫਰਕ ਨਹੀਂ ਜੀ। ਮੈਂ ਕਹਿੰਦਾ ਪੂਰੇ ਕੈਂਟ 'ਚ ਇੱਦਾਂ ਦਾ ਹਾਲ ਹੈ, ਸਾਰੀਆਂ ਤਾਰਾਂ ਲਟਕੀਆਂ ਹੋਈਆਂ, ਕਿਸੇ ਵੇਲੇ ਵੀ ਕੋਈ ਮਿਸ ਹੈਪਨਿੰਗ ਹੋ ਸਕਦੀ ਹੈ। ਕਿ ਜਿਹੜੇ ਸਾਡੇ 7 ਜਿਹੜੇ ਕੌਂਸਲਰ ਸਾਹਿਬ ਆ ਅੰਦਰ ਜਾਂਦੇ ਆ, ਗੱਲ ਨਹੀਂ ਕਰਦੇ। ਕੌਂਸਲਰ ਨਹੀਂ, ਮੈਂਬਰਸ ਜਿਹੜੇ ਹੈਗੇ ਆ ਉਹ ਅੰਦਰ ਜਾਂਦੇ ਆ, ਇੱਕ ਆਮ ਹਿੱਤਾਂ ਦੀ ਗੱਲ ਨਹੀਂ ਕਰਦੇ। ਮੈਂ 200 ਪੈਨਸ਼ਨਾਂ ਲਵਾਈਆਂ, ਮੈਂ ਅਨਾਊਂਸਮੈਂਟ ਕੀਤੀ ਕੈਂਟ 'ਚ, ਜਿਹੜਾ ਮਰਜ਼ੀ ਮੇਰੇ ਕੋਲ ਆਵੇ। ਮੈਂ ਉਹਦੇ 'ਚ ਕੋਈ ਵਾਰਡਬੰਦੀ ਨਹੀਂ ਅਨਾਊਂਸ ਕੀਤੀ ਕਿ ਕੋਈ ਬੰਦਾ 2 ਨੰਬਰ ਦਾ ਨਾ ਆਵੇ, ਕੋਈ ਬੰਦਾ 1 ਨੰਬਰ ਦਾ ਨਾ ਆਵੇ। ਜੇ ਬਜ਼ੁਰਗ ਰੋਟੀ ਖਾਂਦੇ ਤੇ ਵਿਚਾਰੇ ਸੀਸਾਂ ਦਿੰਦੇ ਨਾ, ਉਹਦੇ 'ਚ ਕੋਈ ਵਾਰਡਬੰਦੀ ਨਹੀਂ ਹੈਗੀ ਹੈ। ਉਹਦੇ 'ਚ ਕੋਈ ਇੱਦਾਂ ਦਾ ਵਾਰਡ ਨਹੀਂ ਹੈ 2 ਨੰਬਰ, 1 ਨੰਬਰ, 3 ਨੰਬਰ, 5 ਨੰਬਰ। ਅਸੀਂ ਤੇ ਕੈਂਟ ਦੇ ਹਿੱਤਾਂ ਦੀ ਗੱਲ ਕਰਦੇ ਜੀ। ਅੱਜ ਦੀ ਡੇਟ 'ਚ ਮੈਂ ਵਾਰਡ ਨੰਬਰ 2 ਦੀ ਗੱਲ ਕਰਦਾ ਜੀ। 5000 ਤੋਂ ਪਲੱਸ ਵੋਟ ਹੈ ਜੀ। ਅਸੀਂ ਪੂਰੇ ਸਾਡੀ ਯੂਥ ਨੇ 7000 ਕਾਗਜ਼ ਭਰਿਆ ਜੀ। ਜੇ ਵਾਰਡ ਨੰਬਰ 2 'ਚ ਹੀ ਸਾਰੇ ਕਾਗਜ਼ ਭਰੇ ਜਾਂਦੇ ਤਾਂ ਵੀ 5000 ਹੋ ਜਾਂਦਾ ਜੀ। ਨਮਸਕਾਰ ਦੋਸਤੋ, ਅੱਜ ਕੱਲ੍ਹ ਜਲੰਧਰ ਕੈਂਟ ਦੇ ਵਿੱਚ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਕੰਟੋਨਮੈਂਟ ਬੋਰਡ ਦੇ ਮੈਂਬਰਾਂ ਦਾ ਤੇ ਇਹਦੇ ਵਿੱਚ ਹਰੇਕ ਕੋਈ ਜਿਹੜਾ ਦਾਅਵੇਦਾਰੀ ਆਪਣੀ ਪੇਸ਼ ਕਰ ਰਿਹਾ ਹੈ ਤੇ 7 ਵਾਰਡ ਹੈ, 7 ਵਾਰਡਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਮੈਂਬਰ ਸਾਹਿਬਾਨ ਖੜੇ ਹੋ ਰਹੇ ਨੇ ਜਿੱਤਣ ਨੂੰ। ਤੇ ਇਹਦੇ ਵਿੱਚ ਵਾਰਡ ਨੰਬਰ 2 ਦੇ ਜਿਹੜੇ ਹੈਗੇ ਨੇ ਨੌਜਵਾਨ ਪੀੜ੍ਹੀ ਦੇ ਆਗੂ ਹੈਗੇ ਨੇ ਮਨੀਸ਼ ਬਖਸ਼ੀ ਜੀ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਨਮਸਕਾਰ ਜੀ। ਨਮਸਕਾਰ ਜੀ। ਤੇ ਜਿਹੜਾ ਅੱਜ ਕੱਲ੍ਹ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈਗਾ, ਤੁਸੀਂ ਵਾਰਡ ਨੰਬਰ 2 ਦੇ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹੋ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ ਜੀ, ਇਹ ਦਾਅਵੇਦਾਰੀ ਮੇਰੀ ਨਹੀਂ, ਮੇਰੇ ਸਾਰੇ ਭਰਾਵਾਂ ਦੀ, ਮੇਰੇ ਸਾਰੇ ਪਰਿਵਾਰ ਦੀ, ਜਿਹੜੇ ਮੇਰੇ ਨਾਲ ਮੇਰੇ ਯਾਰ ਦੋਸਤ ਹੈ, ਇਹ ਸਾਰਿਆਂ ਦੀ ਉਹਨਾਂ ਦਾ ਪਿਆਰ ਸਦਕਾ ਹੈ ਜਿਹੜਾ ਅੱਜ ਮੈਂ ਵਾਰਡ ਨੰਬਰ 2 ਦੇ ਇਲੈਕਸ਼ਨ ਦੀ ਤਿਆਰੀ ਕਰ ਰਿਹਾ ਜੀ। ਤੇ ਤੁਹਾਨੂੰ ਆਪਣੇ ਆਪ ਨੂੰ ਕਿਉਂ ਲੱਗਾ ਕਿ ਮੈਂ 2 ਨੰਬਰ ਵਾਰਡ ਦੇ ਵਿੱਚ ਹੀ ਖੜਾ ਹੋਵਾਂ? ਦੇਖੋ ਜੀ, ਇੱਦਾਂ ਦੀ ਕੋਈ ਹੈ ਨਹੀਂ ਕਿ ਵਾਰਡ ਨੰਬਰ 2 'ਚ ਖੜਾ ਹੋਵਾਂ, ਕਿਉਂਕਿ ਮੇਰਾ ਘਰ ਹੈ ਵਾਰਡ ਨੰਬਰ 2 'ਚ ਜੀ। ਪ੍ਰਾਇੋਰਟੀ ਇਹ ਹੈ ਜੀ, ਮੈਂ ਜਿੱਥੇ ਰਹਿਣਾ ਹੈ ਉਹ ਸਾਰਾ ਨੀਅਰ ਐਂਡ ਡੀਅਰ ਸਾਰਾ ਵਾਰਡ ਨੰਬਰ 2 'ਚ ਹੈਗਾ ਜੀ। ਆਪਾਂ ਉੱਥੇ ਹੀ ਰਹਿੰਦੇ ਹੈਗੇ ਹਾਂ, ਸਾਰੀ ਉਮਰ ਹੋ ਗਈ ਮੈਨੂੰ ਉੱਥੇ ਰਹਿੰਦੇ ਨੂੰ ਜੀ। ਪਿਛਲੇ 40 ਸਾਲ ਦਾ ਮੈਂ ਵਾਰਡ ਨੰਬਰ 2 'ਚ ਹੀ ਰਹਿ ਰਿਹਾ ਹਾਂ, ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਵਾਰਡ ਨੰਬਰ 2 'ਚ ਹੀ ਇਲੈਕਸ਼ਨ ਦਾ ਤਿਆਰੀ ਕਰ ਰਿਹਾ ਸੀ। ਜਿਹੜੇ ਸ਼ਸ਼ੀ ਕੁਮਾਰ ਜੀ ਹੈਗੇ ਵਾਰਡ ਨੰਬਰ 2 ਦੇ ਜਿਹੜੇ ਮੌਜੂਦਾ ਕੌਂਸਲਰ ਵੀ ਮੈਂਬਰ ਹੈਗੇ ਨੇ ਤੇ ਉਹਨਾਂ ਦਾ ਕਾਫੀ ਜਿਹੜਾ ਵਜੂਦ ਹੈਗਾ ਔਰ ਕਾਫੀ ਦੇਰ ਤੋਂ ਵੋਟਾਂ ਦੇ ਵਿੱਚ ਖੜੇ ਆਏ ਔਰ ਜਿੱਤਦੇ ਵੀ ਆਏ ਆ ਤੇ ਉਹਨਾਂ ਦੇ ਸਾਹਮਣੇ ਤੁਸੀਂ ਆਪਣੇ ਆਪ ਨੂੰ ਕਿੱਥੇ ਪਾਉਂਦੇ ਹੋ? ਦੇਖੋ ਜੀ, ਅੱਜ ਦੀ ਡੇਟ 'ਚ ਹਰ ਕੋਈ ਚੇਂਜ ਚਾਹੁੰਦਾ ਜੀ, ਠੀਕ ਹੈ ਜੀ। ਪਿਛਲੇ ਮੇਰੇ ਖਿਆਲ ਨਾਲ ਸਾਡੇ ਸੁਰੇਸ਼ ਭਾਰਦਵਾਜ ਜੀ ਪਿਛਲੇ 3 ਜਾਂ 4 ਵਾਰ ਦੇ ਇਲੈਕਸ਼ਨ ਦੇ ਵਿਨਿੰਗ ਕੈਂਡੀਡੇਟ ਹੈਗੇ ਆ। ਬਟ ਅੱਜ ਦੀ ਡੇਟ 'ਚ ਲੋਕੀ ਕਹਿੰਦੇ ਆ ਕਿ ਚੇਂਜ ਹੋਵੇ, ਚੇਂਜ ਦੇ ਨਾਲ ਨਵੀਂ ਪੀੜ੍ਹੀ ਅੱਗੇ ਆਵੇ, ਕਿਉਂਕਿ ਜੇ ਨਵੀਂ ਪੀੜ੍ਹੀ ਅੱਗੇ ਆਏਗੀ ਤਾਂ ਉਹਨਾਂ ਦੇ ਨਵੇਂ ਖਿਆਲਾਤ ਅੱਗੇ ਆਉਣਗੇ, ਨਵੀਂ ਸੋਚ ਅੱਗੇ ਆਏਗੀ। ਅਦਰਵਾਈਜ਼ ਅਸੀਂ ਜੇ ਆਪਾਂ ਇਹੀ ਸੋਚ ਕੇ ਕਰੀਏ ਕਿ ਜਿਹੜੇ ਸਾਡੇ ਪੁਰਾਣੇ ਕੈਂਡੀਡੇਟਸ ਹੈਗੇ ਆ ਕਿ ਅਸੀਂ ਉਹਨਾਂ ਦੇ ਨਾਲ ਹੀ ਚੱਲੀਏ, ਕਿਉਂਕਿ ਉਹਨਾਂ ਦੀ ਸੋਚ ਵੀ ਯੂਨੀਕ ਹੈਗੀ ਹੈ। ਨਵੇਂ ਮੇਰੇ ਨਾਲ ਜਿਹੜੇ ਮੇਰੇ ਭਰਾ, ਮੇਰੇ ਭੈਣਾਂ, ਮੇਰੇ ਦੋਸਤ ਹੈਗੇ ਆ, ਉਹਨਾਂ ਦੀ ਸੋਚ ਅਲੱਗ-ਅਲੱਗ ਹੈਗੀ ਹੈ। ਹਰ ਕੋਈ ਚੇਂਜ ਚਾਹੁੰਦਾ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਯੈਸ ਕਿ ਸ਼ਾਇਦ ਮੈਂ ਜੇ ਇਸ ਵਾਰਡ 'ਚ ਇਲੈਕਸ਼ਨ ਜਿੱਤਾਂਗਾ ਕਿ ਕੁਝ ਮੇਰੇ ਆਈਡੀਆਜ਼ ਹੈ, ਕੁਝ ਮੇਰੇ ਪਰਿਵਾਰ ਦੇ, ਕੁਝ ਮੇਰੇ ਯਾਰਾਂ ਦੋਸਤਾਂ ਦੇ ਆਈਡੀਆਜ਼ ਹੈ, ਉਹਦੇ ਨਾਲ ਕੈਂਟ ਦਾ ਮੈਨੂੰ ਲੱਗਦਾ ਜ਼ਰੂਰ ਤੋਂ ਜ਼ਰੂਰ ਭਲਾ ਹੋਏਗਾ।
ਤੇ ਕਹਿਣ ਦਾ ਮਤਲਬ ਕੈਂਟ ਦੀ ਆਪਾਂ ਗੱਲ ਕਰ ਨਹੀਂ ਰਹੇ, ਆਪਾਂ ਕਰ ਰਹੇ ਹਾਂ ਵਾਰਡ ਨੰਬਰ 2 ਦੀ। ਵਾਰਡ ਨੰਬਰ 2 ਦੇ ਵਿੱਚ ਕੀ ਮੇਰਾ ਸਵਾਲ ਪਹਿਲਾਂ ਇਹੀ ਸੀਗਾ ਕਿ ਕਿਉਂ ਖੜਾ ਹੋਣਾ ਚਾਹੁਣ ਦਾ ਧਰਮ ਹੋਇਆ ਕਿ ਸ਼ਸ਼ੀ ਕੁਮਾਰ ਜੀ ਤਾਂ ਕੰਮ ਕਰ ਹੀ ਰਹੇ ਸੀਗੇ ਤੇ ਉਹਨਾਂ ਦੇ ਆਪੋਜੀਟ ਖੜੇ ਹੋਣ ਦਾ ਕੀ ਮਤਲਬ ਸੀਗਾ? ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਵੀ ਇਹੀ ਕਿਹਾ ਕਿ ਜੀ ਮੇਰੀ ਐਜ਼ ਪਰ ਇੱਦਾਂ ਦੀ ਕੋਈ ਸ਼ਸ਼ੀ ਕੁਮਾਰ ਜੀ ਨਾਲ ਕੋਈ ਹੈ ਨਹੀਂ ਕਿ ਮੇਰਾ ਕੋਈ ਉਹਨਾਂ ਨਾਲ ਕੋਈ ਲੜਾਈ ਹੈ, ਕੋਈ ਝਗੜਾ ਹੈ। ਫਿਰ ਤੁਸੀਂ ਕਹਿ ਰਹੇ ਵਾਰਡ ਨੰਬਰ 2, ਦੇਖੋ ਜੀ ਮੈਂ ਤੁਹਾਨੂੰ ਫਿਰ ਵੀ ਕਹਿ ਰਿਹਾ ਮੇਰਾ ਘਰ ਹੈ ਜੀ ਵਾਰਡ ਨੰਬਰ 2 'ਚ, ਪਿਛਲੇ 40 ਸਾਲ ਦਾ ਮੈਂ ਉੱਥੇ ਰਹਿ ਰਿਹਾ ਹੈਗਾ। ਤੇ ਮੈਨੂੰ ਲੱਗਦਾ ਕਿ ਜੇ ਮੈਂ ਆਪਣੇ ਘਰ ਦੀਆਂ ਵੋਟਾਂ ਨਹੀਂ ਆਪਣੇ ਨਾਲ ਪਵਾ ਸਕਦਾ ਤੇ ਫਿਰ ਮੈਂ ਦੂਜੇ ਵਾਰਡ 'ਚ ਲੈ ਕੇ ਕੀ ਕਰਾਂਗਾ? ਸਰ ਨਾਲ ਪ੍ਰਾਇੋਰਟੀ ਹੁੰਦੀ ਹੈ ਕਿ ਮੈਂ ਕਿੱਥੇ ਰਹਿਣਾ। ਜੇ ਮੈਂ ਇੰਡੀਆ 'ਚ ਰਹਿਣਾ, ਪੰਜਾਬ 'ਚ ਰਹਿਣਾ, ਪੰਜਾਬ ਦੇ ਵਿੱਚ ਜਲੰਧਰ ਕੈਂਟ 'ਚ ਰਹਿਣਾ, ਜਲੰਧਰ ਕੈਂਟ 'ਚ ਵਾਰਡ ਨੰਬਰ 2 'ਚ ਰਹਿਣਾ, ਤੇ ਮੈਂ ਵਾਰਡ ਨੰਬਰ 2 ਦਾ ਹੀ ਇਲੈਕਸ਼ਨ 'ਚ ਲੜ ਸਕਦਾ, ਮੈਂ ਕਿਸੇ ਹੋਰ ਵਾਰਡ 'ਚ ਜਾ ਕੇ ਇਲੈਕਸ਼ਨ ਨਹੀਂ ਲੜ ਸਕਦਾ। ਤੇ ਵਾਰਡ ਨੰਬਰ 2 ਦੀਆਂ ਇੱਦਾਂ ਦੀਆਂ ਕਿਹੜੀਆਂ ਗੱਲਾਂ ਲੱਗੀਆਂ ਕਿ ਜਿਹੜੇ ਆ ਦੂਸਰੇ ਜਿਹੜਾ ਮੈਂਬਰ ਸਭਾ ਨੇ ਕਰ ਸਕਿਆ ਕਿ ਤੁਸੀਂ ਕਰੋਗੇ? ਦੇਖੋ ਜੀ, ਵਾਰਡ ਨੰਬਰ 2 ਦੀ ਜੇ ਮੈਂ ਗੱਲ ਕਰਾਂ, ਦੇਖੋ ਆਲਮੋਸਟ ਸਾਰੇ ਕੰਮ ਮੈਂ ਫਿਰ ਉਹੀ ਤੁਹਾਨੂੰ ਗੱਲ ਕਰ ਰਿਹਾ ਜੀ, ਸਾਡੇ ਜਿਹੜੇ ਪੁਰਾਣੇ ਸਾਡੇ ਸਾਬਕਾ ਜਿਹੜੇ ਹੈਗੇ ਆ ਕੌਂਸਲਰ ਸਾਹਿਬ ਬੜੇ ਵਧੀਆ ਉਹਨਾਂ ਨੇ ਕੰਮ ਕੀਤੇ ਹੋਏ ਆ, ਬਟ ਜੇ ਆਪਾਂ ਨਵੀਂ ਜਨਰੇਸ਼ਨ ਅੱਗੇ ਲੈ ਕੇ ਆਵਾਂਗੇ ਤੇ ਬੜੇ ਕੰਮ ਹਲੇ ਹੋਣ ਵਾਲੇ ਵੀ ਪਏ ਹੈਗੇ। ਮਸਲਨ ਇੱਦਾਂ ਦੀ ਕੋਈ ਆਪਾਂ ਕਦੀ ਗੱਲ ਨਹੀਂ ਕਰ ਸਕਦੇ ਕਿ ਅੱਜ ਆਪਾਂ ਸਾਰੇ ਕੰਮ ਹੋ ਚੁੱਕੇ ਆ ਉਸ ਤੋਂ ਬਾਅਦ ਨਹੀਂ ਹੋਣਗੇ। ਮਸਲਨ ਤੇ ਬੜੇ ਉਦਾਹਰਨ ਹੈ ਜੀ। ਦੇਖੋ ਮੈਂ ਜਿੱਥੇ ਹੁਣ ਜਾਣਾ ਉੱਥੇ ਮੈਂ ਗਲੀਆਂ 'ਚ ਉੱਪਰ ਦੇਖਣਾ 3 ਸਾਲ ਹੋ ਗਏ, 4 ਸਾਲ ਲੋਕਾਂ ਨੇ ਨਵੇਂ ਜੱਦ ਦੇ ਮੀਟਰਸ ਲਾਏ, ਸਾਰੀਆਂ ਪੁਰਾਣੀਆਂ ਤਾਰਾਂ ਲੱਗੀਆਂ ਹੋਈਆਂ ਜੀ, ਸਾਰੇ ਮਹੱਲਿਆਂ 'ਚ ਲੱਗੀਆਂ। ਇੰਨਾ ਰਿਸਕ ਹੈਗਾ ਜੀ, ਕਿਸੇ ਦੇ ਘਰ ਦੇ ਬਾਹਰ ਲਟਕਦੀ ਪਈ ਹੈ, ਕਿਸੇ ਦੇ ਕੇਬਲ ਦੀ ਬਾਹਰ ਤਾਰ ਲਟਕਦੀ ਪਈ ਹੈ, ਕਿਸੇ ਨੂੰ ਕੋਈ ਫਰਕ ਨਹੀਂ ਜੀ। ਮੇਰੇ ਬੱਚੇ ਵੀ ਉੱਥੇ ਖੇਡਦੇ ਆ ਜੀ, ਮੈਂ ਦੇਖਿਆ ਜੀ ਮਹੱਲਾ ਨੰਬਰ 22 'ਚ 23 'ਚ 24 ਇੰਨਾ ਬੁਰਾ ਹਾਲ ਹੈ ਜੀ ਤਾਰਾਂ ਦਾ, ਕੋਈ ਕਹਿਣ ਦਾ ਮਕਸਦ ਨਹੀਂ। ਸਾਨੂੰ ਪਿੱਛੇ ਇੱਕ ਅਵਾਰਡ ਮਿਲਿਆ ਸੀਗਾ ਸਵੱਛਤਾ ਅਭਿਆਨ ਦਾ ਅਵਾਰਡ ਮਿਲਿਆ ਸੀ ਕੈਂਟ ਦਾ, ਬਟ ਮੈਂ ਕਹਿੰਦਾ ਕਿ ਤੁਸੀਂ ਆ ਕੇ ਦੇਖੋ ਤਾਂ ਸਹੀ, ਇਹ ਨਹੀਂ ਮੈਂ ਕਹਿੰਦਾ ਵਾਰਡ ਨੰਬਰ 2 'ਚ, ਮੈਂ ਕਹਿੰਦਾ ਪੂਰੇ ਕੈਂਟ 'ਚ ਇੱਦਾਂ ਦਾ ਹਾਲ ਹੈ, ਸਾਰੀਆਂ ਤਾਰਾਂ ਲਟਕੀਆਂ ਹੋਈਆਂ, ਕਿਸੇ ਵੇਲੇ ਵੀ ਕੋਈ ਮਿਸ ਹੈਪਨਿੰਗ ਹੋ ਸਕਦੀ ਹੈ। ਜਦੋਂ ਅਸੀਂ ਇਹ ਪ੍ਰੋਬਲਮ ਲੈ ਕੇ ਕਿਸੇ ਕੋਲ ਜਾਂਦੇ ਹਾਂ ਫਿਰ ਉਹ ਸਾਨੂੰ ਕਹਿੰਦੇ ਕਿ ਇਹ ਜੀ ਪੰਜਾਬ ਸਰਕਾਰ ਦਾ ਕੰਮ ਹੈ, ਕੈਂਟ ਬੋਰਡ ਦਾ ਕੰਮ ਨਹੀਂ ਹੈ। ਜੇ ਇੱਕ ਆਮ ਪਬਲਿਕ ਨੇ ਤੁਹਾਨੂੰ ਇੱਕ ਨੁਮਾਇੰਦਾ ਨੂੰ ਚੁਣ ਕੇ ਅੰਦਰ ਬਿਠਾਇਆ ਗਿਆ, ਤੁਸੀਂ ਇਹ ਆਪਣਾ ਪੱਲਾ ਨਹੀਂ ਝਾੜ ਸਕਦੇ ਕਿ ਇਹ ਸਾਡਾ ਕੰਮ ਨਹੀਂ ਹੈ, ਕਿਉਂਕਿ ਜੇ ਆਮ ਪੱਲਾ ਝਾੜਨ ਤੋਂ ਇਸ ਮਤਲਬ ਕਿ ਤੁਸੀਂ ਜਾ ਕੇ ਸੁਰੇਸ਼ ਕੁਮਾਰ ਸ਼ਸ਼ੀ ਜੀ ਨੂੰ ਕਿਹਾ ਸੀ ਕਿ ਇਹ ਪ੍ਰੋਬਲਮਸ ਆਈਆਂ ਹੋਈਆਂ? ਦੇਖੋ ਸਾਡੇ ਇੱਕ ਵਾਰਡ 'ਚ ਹੀ ਹੈਗਾ, ਤੁਸੀਂ ਮੇਰੀ ਵਾਰਡ ਦੀ ਗੱਲ ਕਰਦੇ ਪਏ, ਮੈਂ ਤੇ ਵੈਸੇ ਸਾਰੇ ਕੈਂਟ ਦੀ ਗੱਲ ਕਰਦਾ ਪਿਆ, ਬਟ ਆਪਾਂ ਵਾਰਡ ਦੀ ਗੱਲ ਕਰੀਏ ਤੇ ਮਹੱਲਾ ਨੰਬਰ 22 'ਚ ਇੱਕ ਟਰਾਂਸਫਾਰਮਰ ਲੱਗਾ, ਪਿਛਲੇ 40 ਸਾਲਾਂ ਦਾ ਲੱਗਾ ਜੀ। ਪਹਿਲੀ ਗੱਲ ਤੇ ਲੱਗਣਾ ਹੀ ਨਹੀਂ ਚਾਹੀਦਾ ਸੀਗਾ, ਕਿਉਂਕਿ ਉਹ ਇੱਕ ਕਮਰਸ਼ੀਅਲ ਜਗ੍ਹਾ ਨਹੀਂ ਹੈਗੀ, ਉਹ ਮਹੱਲਾ ਜਗ੍ਹਾ ਹੈਗਾ ਜਿੱਥੇ ਸਾਰੇ ਇੱਕ ਬੱਚੇ ਖੇਡਦੇ ਹੈਗੇ। ਉੱਥੇ ਤੁਸੀਂ ਜਾ ਕੇ ਦੇਖੋ, ਤੁਸੀਂ ਮੇਰੇ ਨਾਲ ਚੱਲੋ, ਤੁਸੀਂ ਪਹਿਲਾਂ ਵੀ ਮੇਰੀ ਇੱਕ ਰਿਕਾਰਡਿੰਗ ਕੀਤੀ ਸੀ ਕਿ ਸਾਰੀਆਂ ਹੀ ਤਾਰਾਂ ਲੱਗੀਆਂ ਜੀ, ਨੰਗੀਆਂ ਤਾਰਾਂ ਲੱਗੀਆਂ, ਐਡਾ ਵੱਡਾ ਵਾਰਡ ਦਾ ਲੱਗਾ, ਸਾਰੀ ਬਾਜ਼ਾਰ ਨੂੰ ਉਹਦੀ ਤਾਰ ਜਦੀ ਸਪਲਾਈ ਜਾਂਦੀ ਹੈਗੀ ਹੈ। ਉੱਥੇ ਇੰਨੀਆਂ ਤਾਰਾਂ ਦੀ ਪ੍ਰੋਬਲਮ ਹੈ, ਮੈਂ ਉੱਥੇ ਜਾ ਕੇ ਚੈੱਕ ਕੀਤਾ, ਮੇਰੇ ਨਾਲ ਉੱਥੇ ਮੇਰੇ ਭਰਾ ਮੇਰੇ ਸਾਰੇ ਨਾਲ ਖੜੇ ਹੋਏ। ਅਸੀਂ ਉਹ ਟਰਾਂਸਫਾਰਮਰ ਪਹਿਲਾਂ ਤੇ ਇੱਕ ਖਰਾਬ ਸੀ, 4 ਫੇਸ ਸੀਗੇ, 3 ਫੇਸ ਤੇ ਚੱਲਦੇ ਹੀ ਨਹੀਂ ਸੀਗੇ, ਪਿਛਲੇ 40 ਸਾਲਾਂ ਤੋਂ ਨਹੀਂ ਚੱਲਦੇ ਪਏ। ਲੋਕਾਂ ਦੇ ਘਰ ਦੀ ਲਾਈਟ ਡਿਮ ਹੋ ਰਹੀ ਸੀਗੀ, ਲੋਕਾਂ ਦੀਆਂ ਚੀਜ਼ਾਂ ਖਰਾਬ ਹੋ ਰਹੀਆਂ ਸੀਗੀਆਂ। ਸਾਰੇ ਜਣੇ ਅਸੀਂ ਦੇਖਿਆ ਕਿ ਨਹੀਂ, ਇਹ ਸਾਨੂੰ ਕੁਝ ਕਰਨਾ ਚਾਹੀਦਾ ਸੀਗਾ। ਫਿਰ ਅਸੀਂ ਉਹ ਟਰਾਂਸਫਾਰਮਰ ਦਾ ਹੱਲ ਕਰਾਇਆ ਸੀ, ਸਾਡੇ ਇੱਥੇ MLA ਸਾਹਿਬ ਹੈ ਸਰਦਾਰ ਪ੍ਰਗਟ ਸਿੰਘ, ਉਹਨਾਂ ਦੀ ਹੈਲਪ ਨਾਲ ਅਸੀਂ ਉਹ ਟਰਾਂਸਫਾਰਮਰ ਚੇਂਜ ਕੀਤਾ। ਮੈਨੂੰ ਲੱਗਦਾ ਕਿ ਜਦੋਂ ਮੇਰੀ ਗੱਲ ਹੋਈ ਸੀਗੀ ਤੇ 5 ਲੱਖ ਰੁਪਏ ਦੀ ਇੱਕ ਕਾਸਟ ਦਾ ਟਰਾਂਸਫਾਰਮਰ ਸੀਗਾ, ਬਟ ਯੈਸ ਕਿ ਸਾਡੀ ਸਾਰਿਆਂ ਦੀ ਹੈਲਪ ਦੇ ਨਾਲ ਅਸੀਂ ਉਹ ਟਰਾਂਸਫਾਰਮਰ ਚੇਂਜ ਕਰਾਇਆ, ਜਿਹੜਾ ਪਿਛਲੇ 40 ਸਾਲਾਂ ਦਾ ਨਹੀਂ ਹੋਇਆ। ਅਸੀਂ ਸਾਰਿਆਂ ਨੂੰ ਅਪਰੋਚ ਕਰਕੇ ਦੇਖੀ, ਬਟ ਸਾਡੀ ਕਿਸੇ ਨੇ ਸੁਣੀ ਨਹੀਂ। ਬਟ ਸਾਡੀ ਇੱਕ ਯੂਥ ਜਨਰੇਸ਼ਨ, ਜਿੱਦਾਂ ਤੁਸੀਂ ਕਹਿੰਦੇ ਚੇਂਜ, ਉਹ ਸਾਰੀ ਯੂਥ ਜਨਰੇਸ਼ਨ ਸਾਡੇ ਨਾਲ ਸੀਗੀ। ਅਸੀਂ ਸਾਰੇ ਜਣਿਆਂ ਨੇ ਹਿੰਮਤ ਮਾਰੀ ਤੇ ਅਸੀਂ ਉਹ ਟਰਾਂਸਫਾਰਮਰ ਚੇਂਜ ਕਰ ਪਾਏ। MLA ਤੋਂ ਆਪ ਗੱਲ ਚੇਤੇ ਆਈ ਕਿ ਜਿਹੜਾ ਅੱਜ ਕੱਲ੍ਹ ਜਿਹੜਾ ਜਲੰਧਰ ਕੈਂਟ ਦਾ ਇਲੈਕਸ਼ਨ ਚੱਲ ਰਿਹਾ ਵਾ, ਉਹ ਪਾਰਟੀਬਾਜ਼ੀ ਵੀ ਵਿੱਚ ਚੱਲ ਰਹੀ ਹੈ। ਕੋਈ BJP ਵਾਲੇ ਆਪਣੇ ਬੰਦੇ ਅਲੱਗ ਖੜੇ ਕਰ ਰਹੇ ਨੇ, ਕਾਂਗਰਸ ਦੇ ਬੰਦੇ ਅਲੱਗ ਖੜੇ ਕਰ ਰਹੇ ਨੇ, ਆਪ ਪਾਰਟੀ ਦੇ ਬੰਦੇ ਅਲੱਗ ਚੋਣਾਂ ਦੇ ਵਿੱਚ ਆਪਣੇ ਬੰਦੇ ਖੜੇ ਕਰ ਰਹੇ ਨੇ। ਲੇਕਿਨ ਵਾਰਡ ਨੰਬਰ 2 ਦੇ ਜਿਹੜੇ ਇਹ ਆ ਮਨੀਸ਼ ਬਖਸ਼ੀ ਜੀ, ਇਹ ਵੀ ਕਾਂਗਰਸ ਤੋਂ ਬਿਲੋਂਗ ਕਰਦੇ। ਕੁਝ ਹੋਰ ਜਿਹੜੇ ਮੈਂਬਰ ਸਾਹਿਬਾਨ ਜਿਹੜੇ ਮੌਜੂਦਾ ਜਿਹੜੇ ਕੌਂਸਲ ਮੈਂਬਰ ਹੈਗੇ ਨੇ ਸੁਰੇਸ਼ ਕੁਮਾਰ ਸ਼ਸ਼ੀ ਜੀ, ਇਹ ਵੀ ਕਾਂਗਰਸ ਤੋਂ ਬਿਲੋਂਗ ਕਰਦੇ। ਤੇ ਫਿਰ ਉਹਦੇ ਵਿੱਚ ਆਪਸ ਦੇ ਵਿੱਚ ਤੁਹਾਡਾ ਕੋਈ ਮਤਭੇਦ ਨਹੀਂ ਹੋਏਗਾ ਕਿ ਬਾਹਰ ਦੇ ਜਿਹੜੇ ਤੁਹਾਨੂੰ MLA ਕੋਈ ਕਿਹਾ ਹੋਏ ਕਿਸੇ ਨੇ ਕਿ ਹਾਂ ਵੀ ਬੈਠ ਜਾਓ ਜਾਂ ਕਰ ਲਓ? ਦੇਖੋ ਜੀ, ਇਹ ਜਿਹੜੇ ਕੈਂਟ ਬੋਰਡ ਦੇ ਸਪੈਸ਼ਲ ਇਲੈਕਸ਼ਨ ਨੇ ਜੀ, ਇਹਦੇ 'ਚ ਕੋਈ ਪਾਰਟੀਬਾਜ਼ੀ ਦੇ ਇਲੈਕਸ਼ਨਸ ਨਹੀਂ ਹਨ, ਇਹਦੇ 'ਚ ਕੋਈ BJP ਦੇ ਇਲੈਕਸ਼ਨਸ ਨਹੀਂ ਹੈ। ਲੇਕਿਨ ਹੁਣ ਜਿਹੜਾ ਪਾਰਟੀਬਾਜ਼ੀ ਹੀ ਚੱਲ ਰਹੀ ਹੈ, ਹਰੇਕ ਬੰਦਾ BJP ਵਾਲੇ ਵੀ ਬੰਦੇ ਆਪਣੇ ਖੜੇ ਕਰ ਰਹੇ, ਕਾਂਗਰਸ ਦੇ ਬੰਦੇ ਆਪਣੇ ਖੜੇ ਕਰ ਰਹੇ। ਤੁਹਾਨੂੰ ਮੇਰਾ ਸਵਾਲ ਇਹ ਹੈ ਕਿ ਉੱਪਰੋਂ ਹਾਈ ਕਮਾਂਡ ਤੋਂ ਕੋਈ ਆਰਡਰ ਆਇਆ ਤੁਹਾਨੂੰ? ਦੇਖੋ ਜੀ, ਮੈਂ ਪਾਰਟੀ ਦਾ ਵਰਕਰ ਹਾਂ ਜੀ ਪਿਛਲੇ 10 ਸਾਲਾਂ ਦਾ ਜੀ, ਠੀਕ ਹੈ ਜੀ। ਹਾਂ ਬਿਲਕੁਲ ਠੀਕ ਹੈ ਜੀ, ਮੈਨੂੰ ਫੋਨ ਆਏ 2 ਵਾਰੀ ਆਏ ਕਿ ਨਹੀਂ ਆਪਾਂ ਬੈਠ ਕੇ ਆਪਾਂ ਗੱਲ ਕਰ ਸਕਦੇ ਹੈਗੇ ਆ, ਬਟ ਦੇਖੋ ਇਹ ਲੋਕਲ ਇਲੈਕਸ਼ਨਸ ਹੈਗੇ ਆ। ਫੋਨ ਕਿੰਨਾ ਦੇ ਆਇਆ ਤੁਹਾਨੂੰ? ਦੇਖੋ ਜੀ, ਬੜੇ ਲੋਕਾਂ ਦੇ ਫੋਨ ਆਏ ਜੀ, ਹੁਣ ਮੈਂ ਫੋਨ 'ਤੇ ਆਪਾਂ ਇੱਦਾਂ ਕਿਤੇ ਡਿਸਕਲੋਜ਼ ਨਹੀਂ ਕਰ ਸਕਦਾ। ਮੈਨੂੰ ਬੜੇ ਲੋਕਾਂ ਦੇ ਫੋਨ ਆਏ ਕਿ ਠੀਕ ਆ ਆਪਾਂ ਬੈਠ ਜਾਂਦੇ ਹੈਗੇ ਆ, ਬਟ ਦੇਖੋ ਬੈਠਣ ਦਾ ਕੰਸਰਨ ਇਹ ਹੈ ਕਿ ਆਪਣੀ ਕਿਸੇ ਨਾਲ ਲੜਾਈ ਨਹੀਂ, ਨਾ ਮੇਰੀ ਕਿਸੇ ਨਾਲ ਲੜਾਈ, ਨਾ ਉਹਨਾਂ ਦੀ ਮੇਰੇ ਨਾਲ ਲੜਾਈ ਹੈ। ਇੱਕ ਇਹ ਫਰੀडम ਹੈ। ਮੈਨੂੰ ਲੱਗਦਾ ਹੈ ਕਿ ਇੱਕ ਨਵੀਂ ਜਨਰੇਸ਼ਨ, ਨਵਾਂ ਯੂਥ ਅੱਗੇ ਆਉਣਾ ਚਾਹੀਦਾ, ਜਿਹਦੇ ਨਾਲ ਮੈਨੂੰ ਲੱਗਦਾ ਮੈਂ ਹਲੇ ਬੜੇ ਕੰਮ ਕਰ ਸਕਦਾ ਕੈਂਟ ਦੇ।
ਬੈਠਣ ਤੋਂ ਭਾਵ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਬੈਠਣ ਵੀ ਸਕਦੇ ਆ, ਤੇ ਕਿਤੇ ਇਹ ਤਾਂ ਨਹੀਂ ਕਿ ਕੱਲ ਨੂੰ ਮੋਨੂ ਬਖਸ਼ੀ ਨੂੰ ਕੁਝ ਦਿੱਤਾ ਜਾਵੇ ਕਿ ਹਾਂ ਵੀ ਹਿਸਾਬ ਕਿਤਾਬ ਕਰ ਲਓ, ਆ ਕੇ ਬੈਠ ਕੇ ਸਾਡੇ ਨਾਲ ਸਿਟਿੰਗ ਕਰ ਲਓਗੇ, ਤੁਹਾਨੂੰ ਅਸੀਂ ਦਿੰਨੇ ਆ, ਤੇ ਮੋਨੂ ਬਖਸ਼ੀ ਬੈਠ ਜਾਏਗਾ? ਦੇਖੋ ਭਾਜੀ, ਪਹਿਲੀ ਗੱਲ ਬੈਠਣ ਦੀ ਨਾ ਕੰਡੀਸ਼ਨਾਂ ਅਲੱਗ-ਅਲੱਗ ਹੁੰਦੀਆਂ। ਤੁਸੀਂ ਜਿਹੜੇ ਜਿੱਥੇ ਤੁਸੀਂ ਬੋਲਦੇ ਪਏ ਨਾ, ਉਹ ਮੈਨੂੰ ਲੱਗਦਾ ਮੇਰੇ ਤੇ ਸ਼ੋਰ ਦਾ ਇਲਜ਼ਾਮ ਲੱਗ ਰਿਹਾ ਪੈਸਿਆਂ ਦਾ। ਤੁਸੀਂ ਦੇਖੋ ਕਿ ਮੈਂ ਇੱਕ ਸੰਸਥਾ ਚਲਾਉਣਾ, ਸ਼ਿਵ ਪਰਿਵਾਰ ਚਲਾਉਣਾ, ਤੇ ਪਿਛਲੇ 4 ਸਾਲਾਂ ਤੋਂ ਚਲਾਉਣਾ। ਤੁਹਾਨੂੰ ਪਤਾ ਹੈਗਾ ਜੀ ਕਿ ਮੈਂ ਇਹ ਉੱਦਾਂ ਦਾ ਬੰਦਾ ਨਹੀਂ ਜਿਹੜਾ ਮੈਂ ਪੈਸੇ ਲੈਣ, ਮੈਂ ਉਲਟਾ ਪੈਸੇ ਲਾਣਾ ਜੀ। ਮੈਂ ਇੱਥੇ ਇੱਕ ਅਡਾਪਟ ਕੀਤੇ ਹੋਏ ਬੱਚੇ 20 ਬੱਚੇ 25 ਬੱਚੇ ਅਡਾਪਟ ਕੀਤੇ, ਜਿਹਦੀ ਪੂਰੀ ਫੀਸ ਸਾਡੀ ਸੰਸਥਾ ਦਿੰਦੀ ਹੈ। ਮੈਂ ਨਹੀਂ ਇਕੱਲਾ ਦਿੰਦਾ, ਮੇਰੀ ਸਾਰੀ ਸੰਸਥਾ ਦਿੰਦੀ, ਸ਼ਿਵ ਪਰਿਵਾਰ ਦਿੰਦਾ ਹੈਗਾ। ਅਸੀਂ ਬੜੇ ਕੰਮ ਕੀਤੇ, ਅਸੀਂ ਵੈਕਸੀਨੇਸ਼ਨ ਲਗਾਏ, ਅਸੀਂ ਕਿਸੇ ਕੋਲ ਪੈਸੇ ਨਹੀਂ ਲਏ ਜੀ। ਅਸੀਂ 10 ਕੈਂਪ ਵੈਕਸੀਨੇਸ਼ਨ ਕੈਂਪ ਦੇ ਲਗਾਏ, ਜਦੋਂ ਸਾਰੇ ਲੋਕ ਕਰੋਨਾ ਤੋਂ ਡਰਦੇ ਸੀਗੇ ਜੀ। ਉਹਦੇ 'ਚ ਸਾਡੇ ਪੈਸੇ ਲੱਗੇ। ਕੋਈ ਬੰਦਾ ਕੈਂਟ ਵਾਲਾ ਕਹਿ ਦੇਵੇ ਜੀ ਮੈਂ ਕਿਸੇ ਕੋਲ ਪੈਸੇ ਲਏ, ਮੇਰੇ ਯਾਰ ਦੋਸਤ ਤੁਹਾਡੇ ਵਰਗੇ ਭਰਾ ਸਾਡੇ ਨਾਲ ਸਪੋਰਟਰ ਖੜੇ ਸੀਗੇ, ਜਿਹੜੀ ਅਸੀਂ ਜਦੋਂ ਲੋਕ ਡਰਦੇ ਸੀਗੇ, ਲੋਕੀ ਮੂੰਹ ਤੇ ਮਾਸਕ ਲਾਉਂਦੇ ਸੀਗੇ, ਹੱਥ ਲਾਉਣ ਤੋਂ ਵੀ ਡਰਦੇ ਸੀ, ਅਸੀਂ ਵੈਕਸੀਨੇਸ਼ਨ ਕੈਂਪ ਲਾਏ। ਅਸੀਂ ਕਾਹਦੇ ਲਈ ਲਾਏ? ਕੈਂਟ ਤੇ। ਇਹਦੇ 'ਚ ਕੋਈ ਵਾਰਡਬੰਦੀ ਨਹੀਂ ਕੰਮ ਕਰਦੀ ਸੀ। ਅਸੀਂ ਕਿਸੇ ਨੂੰ ਨਹੀਂ ਕਿਹਾ ਕਿ ਇਹ 2 ਨੰਬਰ ਵਾਰਡ ਦਾ ਸਾਡੇ ਕੋਲ ਆਵੇ ਜਾਂ 1 ਨੰਬਰ ਦਾ ਵਾਰਡ ਦਾ ਆਵੇ। ਸਾਰੇ ਕੈਂਟ ਨੂੰ ਅਸੀਂ ਕਿਹਾ ਕਿ ਜਿਹਨੂੰ ਕੋਈ ਪਰੇਸ਼ਾਨੀ ਹੈ ਸਾਡੇ ਕੋਲ ਆਵੇ। ਅਸੀਂ ਲੋਕਡਾਊਨ 'ਚ ਅਸੀਂ ਰਾਸ਼ਨ ਵੰਡਿਆ ਸੀ, ਉਹਦੇ 'ਚ ਕਿਸੇ ਨੂੰ ਦੱਸਿਆ ਕਿ ਵਾਰਡ ਨੰਬਰ 2 'ਚ ਦੇਣਾ ਜਾਂ 1 ਨੰਬਰ 'ਚ ਦੇਣਾ। ਜਿੰਨੀ ਕਿ ਸਾਡੇ ਕੋਲ ਸ਼ਰਧਾ, ਜਿੰਨੀ ਕਿ ਸਾਡੇ ਕੋਲ ਹੋ ਸਕੀ ਅਸੀਂ ਕੀਤੇ। ਅਸੀਂ ਪੈਸੇ ਲਾਉਣ ਵਾਲੇ ਬੰਦੇ ਹਾਂ ਜੀ, ਅਸੀਂ ਪੈਸੇ ਖਾਣ ਵਾਲੇ ਬੰਦੇ ਨਹੀਂ ਹੈਗੇ ਜੀ। ਇਸ ਲਈ ਸਾਰੀ ਯੂਥ, ਸਾਡੇ ਜਿਹੜੇ ਯਾਰ ਦੋਸਤ ਹੈ, ਉਹਨਾਂ ਨੂੰ ਲੱਗਦਾ ਕਿ ਨਹੀਂ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ, ਅੱਗੇ ਆਉਣਾ ਚਾਹੀਦਾ। ਇਸ ਲਈ ਮੈਂ ਇਲੈਕਸ਼ਨ ਲੜ ਰਿਹਾ ਜੀ। ਬਖਸ਼ੀ ਵੀਰ ਜੀ, ਮੇਰਾ ਸਵਾਲ ਤਾਂ ਤੁਸੀਂ ਮਤਲਬ ਹੋਰ ਪਾਸੇ ਲੈ ਗਏ। ਮੈਂ ਇਹ ਕਹਿੰਦਾ ਵੀ ਕੱਲ ਨੂੰ ਪ੍ਰਗਟ ਸਿੰਘ ਜੀ ਤੁਹਾਨੂੰ ਕਹਿੰਦੇ ਆ ਕਿ ਜਿਹੜੇ ਕਾਂਗਰਸ ਦੇ ਹੈਗੇ ਵਰਕਰ ਹੈਗੇ ਆ, ਸ਼ਸ਼ੀ ਕੁਮਾਰ ਸ਼ਸ਼ੀ ਜੀ, ਇਹ ਕਾਫੀ ਚਿਰਾਂ ਤੋਂ, ਤੁਸੀਂ 10 ਸਾਲ ਤੋਂ ਜੁੜੇ ਹੋ ਤੇ ਕਾਫੀ ਚਿਰਾਂ ਤੋਂ ਜੁੜੇ ਹੋਏ ਆ, ਤੇ ਕੀ ਉਹਨਾਂ ਦਾ ਪ੍ਰਭਾਵ ਪਾ ਕੇ ਤੁਹਾਨੂੰ ਬਿਠਾਇਆ ਜਾਏਗਾ, ਜਾਂ ਤੁਹਾਨੂੰ ਕਦੋਂ ਬਾਅਦ 'ਚ ਤੁਹਾਡੇ ਤੇ ਇਲਜ਼ਾਮ ਲਾਇਆ ਜਾਏਗਾ ਕਿ ਹਾਂ ਵੀ ਸ਼ਾਇਦ ਪੈਸੇ ਮਿਲ ਗਏ ਹੁਣ ਤਾਂ ਬੈਠ ਗਿਆ? ਨਹੀਂ ਜੀ, ਇੱਦਾਂ ਦੀ ਕੋਈ ਗੱਲ ਨਹੀਂ ਜੀ। ਮੇਰੇ ਬੜੇ ਵਧੀਆ ਰਿਲੇਸ਼ਨ ਹੈ ਜੀ ਪ੍ਰਗਟ ਸਿੰਘ ਜੀ ਨਾਲ, ਠੀਕ ਹੈ ਜੀ। ਮੈਨੂੰ ਬਿਲਕੁਲ 100% ਯਕੀਨ ਹੈ ਜੀ, ਕਦੀ ਉਹ ਮੈਨੂੰ ਇਸ ਕੰਡੀਸ਼ਨ 'ਚ ਬਿਲਕੁਲ ਨਹੀਂ ਕਹਿਣਗੇ ਜੀ ਕਿ ਬੈਠੋ, ਠੀਕ ਹੈ ਜੀ। ਮੇਰਾ ਪਿਆਰ ਹੈ, ਮੈਨੂੰ ਉਹਨਾਂ ਨੇ ਇਹ ਜ਼ਰੂਰ ਕਿਹਾ ਜੀ, ਉਹ ਵੀ ਆਪਣੇ ਬੰਦੇ ਨੇ, ਤੁਸੀਂ ਵੀ ਆਪਣੇ ਬੰਦੇ ਹੋ, ਇੱਕ ਜਾਣਾ ਦੋਨੋਂ ਜਾਣਾ 'ਚ ਕੋਈ ਵੀ ਡਿਸਾਈਡ ਕਰ ਲਓ ਕਿ ਤੁਸੀਂ ਇਲੈਕਸ਼ਨ ਲੜਨਾ ਤੇ ਮੈਂ ਨਾਲ ਹਾਂ। ਤੇ ਉਹਨਾਂ ਨੇ ਮੈਨੂੰ ਇੱਦਾਂ ਦੀ ਕਦੀ ਫੋਰਸਫੁਲੀ ਨਹੀਂ ਕਿਹਾ ਕਿ ਨਹੀਂ ਇਲੈਕਸ਼ਨ ਨਹੀਂ ਲੜਨਾ। ਸਿਰਫ ਸਮਝਾਉਣ ਦਾ ਤਰੀਕਾ ਜੀ। ਦੇਖੋ ਸਾਡੇ ਬਜ਼ੁਰਗ ਸਾਨੂੰ ਘਰ ਸਮਝਾਉਂਦੇ ਆ, ਜਿਹੜੀ ਚੀਜ਼ਾਂ ਚੰਗੀਆਂ, ਜਿਹੜੀ ਚੀਜ਼ਾਂ ਮਾੜੀਆਂ, ਉਹ ਵੀ ਸਾਡੇ ਬਜ਼ੁਰਗ ਹੈ। ਇਸ ਰਾਜਨੀਤਿਕ 'ਚ ਸਾਡੇ ਨਾਲ ਪਿਛਲੇ 10 ਸਾਲਾਂ ਦਾ ਮੈਂ ਜੁੜਿਆ, ਮੈਨੂੰ ਕੋਲ ਬਹੁਤ ਚੀਜ਼ਾਂ ਸਿੱਖੀਆਂ ਤੇ ਠੀਕ ਹੈ। ਇੱਕ ਸਮਝਾਉਣ ਦਾ ਤਰੀਕਾ ਹੁੰਦਾ ਜੀ, ਮੈਂ ਉਹਨਾਂ ਦਾ ਵੀ ਬੜਾ ਮਾਣ ਕਰਦਾ ਕਿਉਂਕਿ ਉਹ ਮੈਨੂੰ ਹਰ ਵੇਲੇ ਗਾਈਡ ਕਰਦੇ ਆ ਤੇ ਕਦੀ ਵੀ ਮਿਸ ਗਾਈਡ ਦੀ ਪੋਜੀਸ਼ਨ 'ਚ ਮੈਨੂੰ ਇੱਦਾਂ ਦੀ ਨਹੀਂ ਆਏਗੀ ਔਕਵਰਡ। ਲੇਕਿਨ ਬਖਸ਼ੀ ਸਾਹਿਬ, ਤੁਹਾਨੂੰ ਇਹ ਮੰਨਣਾ ਪਏਗਾ ਕਿ ਜਿਹੜੇ ਮੌਜੂਦਾ ਹੈਗੇ ਮੈਂਬਰ ਹੈਗੇ ਆ, ਔਰ ਤੁਸੀਂ ਨਵੇਂ ਆ ਰਹੇ ਹੈਗੇ ਹੋ, ਠੀਕ ਹੈ ਨਾ, ਉਹਦੇ ਵਿੱਚ ਤੁਹਾਨੂੰ ਕਾਫੀ ਦਿੱਕਤਾਂ ਪੇਸ਼ ਆਉਣਗੀਆਂ, ਕਾਫੀ ਮੁਸ਼ਕਿਲਾਂ ਪੇਸ਼ ਆਉਣਗੀਆਂ। ਉਹਨਾਂ ਦਾ ਮੁਸ਼ਕਿਲਾਂ ਦਾ ਸਾਹਮਣਾ ਤੇ ਕਰੋਗੇ, ਲੇਕਿਨ ਤੁਹਾਨੂੰ ਪਤਾ ਹੈ ਜਦੋਂ ਆਪਾਂ ਕੰਟੋਨਮੈਂਟ ਬੋਰਡ ਆਫਿਸ ਦੇ ਵਿੱਚ ਬੈਠਦੇ ਹਾਂ, 7 ਮੈਂਬਰ ਬੈਠਦੇ ਆ, ਸੀਓ ਸਾਹਿਬ ਬੈਠਦੇ, ਬ੍ਰਿਗੇਡੀਅਰ ਸਾਹਿਬ ਬੈਠਦੇ ਆ, ਤੇ ਉਹ 'ਚ ਏਜੰਡੇ ਕੀ ਹੁੰਦੇ ਆ? ਦੇਖੋ, ਮੇਰਾ ਬੜਾ ਨਾ ਇੱਕ ਮੈਨੂੰ ਅੰਦਰੋਂ ਫੀਲਿੰਗ ਹੈ ਜੀ ਪਿਛਲੇ ਮਤਲਬ ਕਿ ਬੜੇ ਸਾਲਾਂ ਦੀ, ਕਿ ਲੋਕ ਨਾ ਮੈਨੂੰ ਬੜੇ ਕਹਿੰਦੇ ਆ, ਵਿੱਚ ਮੈਂ ਵੀ ਕਹਿੰਦਾ ਜੀ ਕਿ ਜਿਹੜੇ ਸਾਡੇ 7 ਜਿਹੜੇ ਕੌਂਸਲਰ ਸਾਹਿਬ ਆ ਅੰਦਰ ਜਾਂਦੇ ਆ, ਗੱਲ ਨਹੀਂ ਕਰਦੇ। ਕੌਂਸਲਰ ਨਹੀਂ, ਮੈਂਬਰਸ ਜਿਹੜੇ ਹੈਗੇ ਆ ਉਹ ਅੰਦਰ ਜਾਂਦੇ ਆ, ਇੱਕ ਆਮ ਹਿੱਤਾਂ ਦੀ ਗੱਲ ਨਹੀਂ ਕਰਦੇ। ਮੈਂ ਦੇਖਣਾ ਚਾਹੁੰਦਾ ਕਿ ਉਹ ਵਾਕਈ ਨਹੀਂ ਗੱਲ ਕਰਦੇ ਜਾਂ ਉਹਨਾਂ ਨੂੰ ਕਿਹੜਾ ਪ੍ਰੈਸ਼ਰ ਹੈਗਾ ਜਿਹੜੀ ਉਹ ਆਮ ਪਬਲਿਕ ਦੀ ਗੱਲ ਕਿਉਂ ਨਹੀਂ ਕਰਦੇ। ਬੜੀ ਪਰੇਸ਼ਾਨੀ ਹੈ ਜੀ ਕੈਂਟ 'ਚ। ਤੇ ਦੂਸਰੀ ਗੱਲ ਇਹ ਹੈ ਕਿ ਜਿਹੜੀ ਮੁਸ਼ਕਲਾਂ ਜਿਹੜੀਆਂ ਹੈਗੀਆਂ ਵਾ, ਬੈਰੀਕੇਡਸ ਦੀਆਂ ਮੁਸ਼ਕਲਾਂ ਹੈਗੀਆਂ ਵਾ, ਰਜਿਸਟਰੀ ਦੀਆਂ ਮੁਸ਼ਕਲਾਂ ਹੈਗੀਆਂ, ਜੇ ਬੈਂਕ 'ਚੋਂ ਲੋਨ ਨਹੀਂ ਮਿਲਦੇ। ਆਪਾਂ ਪਿਛਲੀ ਵੀ ਇੰਟਰਵਿਊ 'ਚ ਕਿਹਾ ਸੀ, ਹਰਮਿੰਦਰ ਸਿੰਘ ਪੱਪੂ ਜੀ ਨਾਲ ਗੱਲਬਾਤ ਕੀਤੀ ਸੀ, ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਜਾਵਾਂਗੇ ਤਾਂ ਉਸ ਟਾਈਮ ਅਸੀਂ ਹੱਲ ਕਰਾਵਾਂਗੇ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਸਾਡੇ ਪੁਰਾਣੇ ਮੈਂ ਤੁਹਾਨੂੰ ਫਿਰ ਕਹਿ ਰਿਹਾ, ਸਾਡੇ ਪੁਰਾਣੇ ਹੈਗੇ ਜੀ, ਕਿਉਂਕਿ ਕੌਂਸਲਰ ਸਾਹਿਬ ਹੈਗੇ, ਪਹਿਲਾਂ ਵੀ ਇਹ ਜਿੱਤ ਕੇ ਅੰਦਰ ਬੈਠ ਚੁੱਕੇ ਆ, ਬੜੀਆਂ ਗੱਲਾਂ ਕਰ ਚੁੱਕੇ ਆ। ਮੇਰਾ ਵੀ ਕੰਸਰਨ ਇਹੀ ਹੈ ਕਿ ਦੇਖੋ ਪਿਛਲੇ 20 ਸਾਲਾਂ ਦੀ ਇੱਕ ਏਜੰਡਾ ਕੈਂਟ 'ਚ ਪਰੇਸ਼ਾਨ ਹੈਗਾ, ਰਜਿਸਟਰੀ ਨਹੀਂ ਹੋ ਰਹੀ। ਕਿਉਂ ਨਹੀਂ ਹੋ ਰਹੀ ਕਿਸੇ ਨੂੰ ਕੋਈ ਪਤਾ ਨਹੀਂ ਜੀ। ਹਰ ਵਾਰੀ ਜਿਹੜਾ ਵੀ ਇੱਥੇ ਆਂਦਾ ਕਹਿ ਕੇ ਜਾਂਦਾ ਜੀ ਮੈਂ ਅੰਦਰ ਗੱਲ ਕਰਾਂਗਾ, ਅੰਦਰ ਗੱਲ ਕੀ ਹੋਈ ਉਹ ਸਾਨੂੰ ਦੱਸਦੇ ਨਹੀਂ ਜੀ। ਜਾਂ ਤਾਂ ਸਾਡੀ ਇੱਕ ਇੱਦਾਂ ਦੀ ਓਪਨ ਮੀਟਿੰਗ ਕਰਵਾਈ ਜਾਏ ਜਿਹੜੇ ਕੌਂਸਲਰ ਸਾਹਿਬ ਨਾਲ ਜਾਂ ਆਰਮੀ ਨਾਲ, ਕਿਉਂ ਨਹੀਂ ਅਸੀਂ ਸਰ ਸਾਨੂੰ ਇੱਥੇ ਲੋਨ ਮਿਲਦਾ, ਸਾਡੀ ਰਜਿਸਟਰੀ ਕਿਉਂ ਨਹੀਂ ਹੋ ਪਾ ਰਹੀ, ਬੈਰੀਗੇਡਸ ਬੰਦ ਕਿਉਂ ਹੈ। ਹੁਣ ਤੁਸੀਂ ਬੈਰੀਗੇਡਸ ਦੀ ਗੱਲ ਕੀਤੀ ਜੀ, ਪਿੱਛੇ ਤੁਸੀਂ ਦੇਖੋ ਕੈਂਟ 'ਚ ਕਿੰਨੀ ਪਰੇਸ਼ਾਨੀ ਸੀਗੀ ਜੀ। ਆਰਮੀਜ਼ ਨੇ ਕਿਹਾ ਜੀ ਆਪਾਂ 7 ਜਾਂ 8 ਵਜੇ ਬੈਰੀਗੇਡਸ ਬੰਦ ਕਰ ਦਾਂਗੇ, ਕਿਸੇ ਬੰਦੇ ਨੇ ਇਨੀਸ਼ੀਏਟਿਵ ਨਹੀਂ ਲਿਆ ਜੀ, ਕਿਸੇ ਬੰਦੇ ਸੂਝਵਾਨ ਨੇ ਇਨੀਸ਼ੀਏਟਿਵ ਨਹੀਂ ਲਿਆ। ਚਾਹੇ ਬੰਦੇ ਤੋਂ ਭਾਵ ਸਾਰੇ ਜੀ ਜਿਹੜੇ ਅੱਜ ਦੀ ਡੇਟ 'ਚ ਇਲੈਕਸ਼ਨ ਲੜਨ ਦੇ ਇੱਛੁਕ ਹੈਗੇ ਜੀ, ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਮੈਂ 25 ਸਾਲ ਹੋ ਗਏ ਜੀ ਮੈਂ ਤੁਹਾਡੀ ਸੇਵਾ ਕਰਦਾ, ਮੈਂ ਉਹਨਾਂ ਨੇ ਆਪਣੇ ਘਰ ਤੱਕ ਦੇ ਫਾਰਮ ਨਹੀਂ ਭਰੇ ਜੀ। ਅੱਜ ਦੀ ਡੇਟ 'ਚ ਮੈਂ ਵਾਰਡ ਨੰਬਰ 2 ਦੀ ਗੱਲ ਕਰਦਾ ਜੀ, 5000 ਤੋਂ ਪਲੱਸ ਵੋਟ ਹੈ ਜੀ। ਅਸੀਂ ਪੂਰੇ ਸਾਡੀ ਯੂਥ ਨੇ 7000 ਕਾਗਜ਼ ਭਰਿਆ ਜੀ। ਜੇ ਵਾਰਡ ਨੰਬਰ 2 'ਚ ਹੀ ਸਾਰੇ ਕਾਗਜ਼ ਭਰੇ ਜਾਂਦੇ ਤਾਂ ਵੀ 5000 ਹੋ ਜਾਂਦਾ ਜੀ। 7 ਨੰਬਰ ਵਾਰਡ ਹੈਗੀ ਜੀ, 7 ਨੰਬਰ ਵਾਰਡ 'ਚ 25000 ਫਾਰਮ ਹੈ ਜੀ। ਤੁਸੀਂ ਚੈੱਕ ਕਰੋ ਕੰਟੋਨਮੈਂਟ ਬੋਰਡ 'ਚ ਕਿਹੜਾ ਬੰਦਾ ਭਰ ਗਿਆ। ਜਿਹੜੇ ਵੀ ਮੌਜੂਦਾ ਕੌਂਸਲਰ ਉਹਨਾਂ ਨੇ ਆਪਣੇ ਘਰ ਦੇ ਫਾਰਮ ਨਹੀਂ ਭਰੇ ਜੀ। ਉਹ ਤਾਂ ਲੋਕਾਂ ਨਾਲ ਏਡੇ ਵੱਡੇ ਵਾਅਦੇ ਕਰ ਦਿੰਦੇ ਜੀ ਅਸੀਂ ਤੁਹਾਡੇ ਲਈ ਇਹ ਕਰਾਂਗੇ, ਜਦੋਂ ਵਾਅਦੇ ਨਿਭਾਉਣ ਦੀ ਵਾਰੀ ਆਉਂਦੀ ਫਿਰ ਉਹ ਕਹਿੰਦੇ ਨਹੀਂ ਜੀ ਇਹ ਸਾਡਾ ਕੰਮ ਨਹੀਂ ਹੈ ਜੀ, ਸਾਨੂੰ ਆਰਮੀ ਦਾ ਪ੍ਰੈਸ਼ਰ ਹੈ ਜੀ। ਹੁਣ ਮੈਨੂੰ ਪ੍ਰੈਸ਼ਰ ਹੀ ਨਹੀਂ ਸਮਝ ਲੱਗਦਾ ਜੀ ਕੀ ਹੈਗਾ। ਇਹੀ ਪ੍ਰੈਸ਼ਰ ਨਾਲ ਸਾਡੇ ਸਾਰੇ ਯੂਥ ਬੜੇ ਪਰੇਸ਼ਾਨ ਨੇ ਕਿ ਸਾਡੀ ਗੱਲ ਅੱਗੇ ਕਿਉਂ ਨਹੀਂ ਜਾ ਰਹੀ। ਇਹੀ ਚੀਜ਼ ਮੈਂ ਦੇਖਣਾ ਚਾਹੁੰਦਾ ਜੀ।
ਤੇ ਤੁਸੀਂ ਲਾਸਟ ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਦਰਸ਼ਕਾਂ ਨੂੰ ਦੇਖੋ ਜੀ, ਕੋਈ ਇਦਾਂ ਦੀ, ਮੈਂ ਸਿਰਫ ਆਪਣੇ ਸਾਰੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਦੇਖੋ ਜੀ, ਇਹ ਸਾਰੇ ਯੰਗ ਜਿੰਨੇ ਵੀ ਯੂਥ ਹੈ, ਸਾਰੇ ਜਿਹੜੇ ਤੁਹਾਡੀ ਸੇਵਾ ਵਿੱਚ ਹਾਜ਼ਰ ਆ, 24 ਘੰਟੇ ਸੇਵਾ ਵਿੱਚ, ਉਹਨਾਂ ਨੂੰ ਮੌਕਾ ਦਿਓ, ਨਵੇਂ ਚਿਹਰੇ ਲੈ ਕੇ ਆਓ ਤਾਂ ਕਿ ਕੈਂਟ ਦਾ ਵਿਕਾਸ ਹੋ ਸਕੇ। ਦੇਖੋ ਜੀ, ਕੈਂਟ 'ਚ ਬੜੇ ਕੰਮ ਹੋਣ ਵਾਲੇ ਹੈਗੇ ਆ। ਮੈਂ ਸਿਰਫ ਆਪਣੇ ਵਾਰਡ ਦੀ ਗੱਲ ਨਹੀਂ ਕਰਦਾ, ਮੈਂ ਤੇ ਸਾਰੇ ਕੈਂਟ ਦੀ ਗੱਲ ਕਰਦਾ। ਪੈਨਸ਼ਨਾਂ ਦਾ, ਮੈਂ ਸਰ ਪੈਨਸ਼ਨਾਂ ਲਵਾਈਆਂ ਕੈਂਟ ਦੀਆਂ, ਮੈਂ 200 ਪੈਨਸ਼ਨਾਂ ਲਵਾਈਆਂ। ਮੈਂ ਅਨਾਉਂਸਮੈਂਟ ਕੀਤੀ ਕੈਂਟ 'ਚ, ਜਿਹੜਾ ਮਰਜ਼ੀ ਮੇਰੇ ਕੋਲ ਆਵੇ। ਮੈਂ ਉਹਦੇ 'ਚ ਕੋਈ ਵਾਰਡਬੰਦੀ ਨਹੀਂ ਅਨਾਉਂਸ ਕੀਤੀ ਕਿ ਕੋਈ ਬੰਦਾ 2 ਨੰਬਰ ਦਾ ਨਾ ਆਵੇ, ਕੋਈ ਬੰਦਾ 1 ਨੰਬਰ ਦਾ ਨਾ ਆਵੇ। ਜਿਹਨੂੰ ਲੋੜ ਹੈ, ਜਿਹੜਾ ਗਰੀਬ, ਜਿਹੜੇ ਵਿਚਾਰੇ ਮਾਂ-ਬਾਪ ਨੇ, ਜਿਹੜੇ ਬਜ਼ੁਰਗ ਨੇ, ਜਿਨ੍ਹਾਂ ਨੂੰ ਪੈਨਸ਼ਨ ਦੀ ਵਾਕਈ ਲੋੜ ਸੀਗੀ, ਅਸੀਂ ਅਨਾਉਂਸਮੈਂਟ ਕੀਤੀ। ਤੁਸੀਂ ਰਿਕਾਰਡ ਚੈੱਕ ਕਰਾਓ ਜੀ, ਆਪਾਂ ਪੂਰੇ ਕੈਂਟ 'ਚ ਪੈਸੇ ਆਪਣੇ ਲਾਏ। ਤੁਸੀਂ ਪੈਸੇ ਦੀ ਗੱਲ ਕੀਤੀ, ਆਪਣੇ ਪੈਸੇ ਲਾਏ, ਲੋਕਾਂ ਨੂੰ ਅਨਾਉਂਸਮੈਂਟ ਕਰਾਈ ਤੇ 200 ਪੈਨਸ਼ਨਾਂ ਲਵਾਈਆਂ। ਹੁਣ ਉਹ ਪੈਸੇ, ਜੇ ਬਜ਼ੁਰਗ ਰੋਟੀ ਖਾਂਦੇ ਤੇ ਵਿਚਾਰੇ ਸੀਸਾਂ ਦਿੰਦੇ ਨਾ, ਉਹਦੇ 'ਚ ਕੋਈ ਵਾਰਡਬੰਦੀ ਨਹੀਂ ਹੈਗੀ ਹੈ। ਉਹਦੇ 'ਚ ਕੋਈ ਇੱਦਾਂ ਦਾ ਵਾਰਡ ਨਹੀਂ ਹੈ 2 ਨੰਬਰ, 1 ਨੰਬਰ, 3 ਨੰਬਰ, 5 ਨੰਬਰ। ਅਸੀਂ ਤੇ ਕੈਂਟ ਦੇ ਹਿੱਤਾਂ ਦੀ ਗੱਲ ਕਰਦੇ ਜੀ। ਤੇ ਸਾਰਿਆਂ ਨੂੰ ਅੱਗੇ ਜਿਹੜੇ ਵੀ ਚੈਨਲ ਸਾਡੇ ਦੇਖਦੇ ਪਏ ਆ, ਰੈੱਡ ਜ਼ੋਨ ਕ੍ਰਾਈਮ ਵਾਲਿਆਂ ਨੂੰ, ਦਰਸ਼ਕਾਂ ਨੂੰ ਅਪੀਲ ਹੈ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਰੇ ਜਾਣੇ, ਤੁਸੀਂ ਜਿਹੜੇ ਯੂਥ ਬੱਚੇ ਜਿਹੜੇ ਅੱਜ ਦੀ ਡੇਟ 'ਚ ਅੱਜ ਇਲੈਕਸ਼ਨ ਲੜ ਰਹੇ ਆ, ਤੁਸੀਂ ਦੇਖੋ, ਕੰਮ ਦੇਖੋ, ਨਾਮ ਨਾ ਦੇਖੋ ਜੀ ਕਿਸੇ ਦਾ ਕਿ ਮੇਰਾ ਨਾਮ ਪੁਰਾਣਾ ਹੈ, ਮੈਂ 25 ਸਾਲ ਦਾ ਰਾਜਨੀਤੀ ਕਰਦਾ, ਇੱਦਾਂ ਦਾ ਕੋਈ ਨਾ ਦੇਖੋ ਜੀ। ਅੱਜ ਦੀ ਡੇਟ 'ਚ ਦੇਖੋ, ਅੱਜ ਤੁਹਾਡੇ ਨਾਲ ਕੌਣ ਖੜਾ ਹੈ, ਕਿਹੜਾ ਬੰਦਾ ਕੈਂਟ ਦੇ ਹਿੱਤਾਂ ਦਾ ਕੰਮ ਕਰਦਾ, ਤੁਸੀਂ ਉਹਨੂੰ ਜ਼ਰੂਰ ਵੋਟ ਪਾਓ ਜੀ। ਤੁਸੀਂ ਵੋਟ ਪਾਓਗੇ ਤੇ ਕੈਂਟ ਦਾ ਬਦਲਾਅ ਹੋਏਗਾ। ਜੇ ਤੁਸੀਂ ਨਾਮ ਨੂੰ ਵੋਟ ਪਾਓਗੇ, ਜਾਤ-ਪਾਤ ਨੂੰ ਵੋਟ ਪਾਓਗੇ, ਕਦੀ ਵੀ ਕੈਂਟ ਡਿਵੈਲਪ ਨਹੀਂ ਹੋ ਪਾਏਗਾ ਜੀ। ਤੇ ਮਨੀਸ਼ ਜੀ ਕਹਿ ਰਹੇ ਹੈ ਕਿ ਮੇਰਾ ਜਿਹੜਾ ਇਲੈਕਸ਼ਨ 'ਚ ਲੜਨ ਦਾ ਮਕਸਦ ਇਹ ਹੈਗਾ ਕਿ ਜਾ ਕੇ ਮੈਂ ਕੰਟੋਨਮੈਂਟ ਬੋਰਡ ਦੇ ਵਿੱਚ ਬੈਠਾਂ ਤੇ ਜਾ ਕੇ ਸਵਾਲ ਚੱਕਾਂ। ਤੇ ਹੁਣ ਵੇਖਣਾ ਪਏਗਾ ਕਿ ਇਹ ਕਿੰਨੇ ਕੁ ਸਵਾਲ ਚੱਕਦੇ ਆ ਜਾਂ ਸਿਰਫ ਇਹਨਾਂ ਉੱਤੇ ਹੀ ਸਵਾਲ ਉੱਠ ਪੈਂਦੇ ਆ, ਕਿਉਂਕਿ ਜਿਹੜਾ ਇਲੈਕਸ਼ਨ ਦਾ ਜਿਹੜਾ ਹੈਗਾ ਫਾਰਮ ਭਰੇ ਜਾਣੇ, ਉਸ ਤੋਂ ਹੀ ਪਤਾ ਲੱਗੇਗਾ ਕਿ ਜਿਹੜੇ ਮਨੀਸ਼ ਬਖਸ਼ੀ ਜੀ ਕਿੱਥੇ ਜਾ ਕੇ ਬੈਠਦੇ ਆ ਤੇ ਕੀ ਕਰਦੇ ਗਏ ਆ, ਤੇ ਊਂਠ ਕਿਰ ਕਰਵਟ ਬਦਲਦਾ ਹੈਗਾ ਵਾ। ਮੈਂ ਸਤਪਾਲ ਵਰਮਾ, ਕੈਮਰਾਮੈਨ ਚਾਹਤ ਗਿੱਲ ਦੇ ਨਾਲ।